ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਦਇਆ ਸਿੰਘ, ਲੈਕਚਰਰ ਇਨ ਮਕੈਨੀਕਲ ਇੰਜੀਨੀਅਰਿੰਗ ਡਿਪਾਰਟਮੈਂਟ, ਅੱਜ ਤੁਹਾਡੇ ਲਈ ਲੈ ਕੇ ਆਇਆ ਸੋਲਰ ਪਾਵਰ ਰੈਫਰੀਜਰੇਸ਼ਨ ਸਿਸਟਮ ਦੇ ਉੱਤੇ ਇਹ ਵੀਡੀਓ, ਜੋ ਕਿ ਵੇਪਰ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ ਦੇ ਉੱਤੇ ਕੰਮ ਕਰਦਾ। ਸੋ ਵਨ ਬਾਏ ਵਨ ਅਸੀਂ ਡਿਸਕਸ ਕਰਾਂਗੇ ਇਸ ਦਾ ਇੰਟਰੋਡਕਸ਼ਨ, ਉਸ ਤੋਂ ਬਾਅਦ ਇਸ ਦਾ ਸਿਸਟਮੈਟਿਕ ਡਾਇਗਰਾਮ, ਉਸ ਤੋਂ ਬਾਅਦ ਇਸ ਦੀ ਵਰਕਿੰਗ ਕਿਸ ਤਰ੍ਹਾਂ ਹੋਏਗੀ। ਸੋ ਆਓ ਵਨ ਬਾਏ ਵਨ ਡਿਸਕਸ ਕਰੀਏ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਇਸ ਸਿਸਟਮ ਦੇ ਵਿੱਚ ਜੋ એનર્ਜੀ ਯੂਜ਼ ਹੋਣੀ ਹੈ ਉਹ ਹੈ ਹੀਟ એનર્ਜੀ, ਜੋ ਕਿ ਮੋਸਟਲੀ ਇਸ ਸਿਸਟਮ ਦੇ ਵਿੱਚ ਯੂਜ਼ ਕਰਾਂਗੇ, ਜੋ ਕਿ ਅਬੰਡੈਂਟ ਅਮਾਊਂਟ ਦੇ ਵਿੱਚ ਪ੍ਰੈਜ਼ੈਂਟ ਹੈ ਸਨ ਦੇ ਵਿੱਚ, ਔਰ ਉਸ ਸਨ ਤੋਂ ਹੀ ਅਸੀਂ ਹੀਟ એનર્ਜੀ ਰਿਸੀਵ ਕਰਕੇ ਇਸ ਸਿਸਟਮ ਨੂੰ ਅਸੀਂ ਵਰਕਿੰਗ ਕੰਡੀਸ਼ਨ ਦੇ ਵਿੱਚ ਲੈ ਕੇ ਆਉਣਾ ਹੈ। ਸੋ ਫਸਟ ਪੁਆਇੰਟ ਕਹਿੰਦਾ ਦਾ એનર્ਜੀ ਰਿਸੀਵਡ ਫਰੋਮ ਦਾ ਸਨ ਇਜ਼ ਇਨ ਦਾ ਫਾਰਮ ਆਫ ਹੀਟ, ਜਿਵੇਂ ਕਿ ਹੁਣੇ ਡਿਸਕਸ ਕੀਤਾ ਅਸੀਂ। The natural choice is a system working on the absorption refrigeration cycle which requires most of the energy input as a heat। ਜਿਵੇਂ ਕਿ ਅਸੀਂ ਡਿਸਕਸ ਕੀਤਾ ਸੀ ਕਿ ਇਸ ਸਿਸਟਮ ਦੇ ਵਿੱਚ ਜ਼ਿਆਦਾਤਰ ਜੋ એનર્ਜੀ ਯੂਜ਼ ਹੋਣੀ ਹੈ ਉਹ ਹੀਟ એનર્ਜੀ ਹੀ ਯੂਜ਼ ਹੋਊਗੀ, ਜੋ ਕਿ ਅਸੀਂ ਸਨ ਤੋਂ ਅਚੀਵ ਕਰਾਂਗੇ, ਔਰ ਇਹ ਸਿਸਟਮ ਸਾਡਾ ਵੇਪਰ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ ਦੇ ਉੱਤੇ ਕੰਮ ਕਰੂਗਾ। ਨੈਕਸਟ ਉਹ ਗੱਲ ਕਰ ਰਿਹਾ ਸਿਸਟਮੈਟਿਕ ਡਾਇਗਰਾਮ ਆਫ ਦਾ ਸਿੰਪਲ ਸੋਲਰ ਆਪਰੇਟਿਡ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ ਇਜ਼ ਸ਼ੋਨ ਐਜ਼, ਕਿ ਜੋ ਇਸ ਦਾ ਸਿਸਟਮੈਟਿਕ ਡਾਇਗਰਾਮ ਹੈ ਕੁਝ ਇਸ ਤਰੀਕੇ ਦੇ ਨਾਲ ਨਜ਼ਰ ਆਊਗਾ। ਆਓ ਨਜ਼ਰ ਮਾਰਦੇ ਹਾਂ ਇਸ ਦੇ ਬਲੌਕ ਡਾਇਗਰਾਮ ਦੇ ਉੱਤੇ। ਸਾਹਮਣੇ ਸਕਰੀਨ ਦੇ ਉੱਤੇ ਸਾਨੂੰ ਇੱਕ ਸੈਟਅਪ ਨਜ਼ਰ ਆ ਰਿਹਾ ਜੋ ਸਾਨੂੰ ਦਰਸਾ ਰਿਹਾ ਹੈ ਸੋਲਰ ਪਾਵਰ ਰੈਫਰੀਜਰੇਸ਼ਨ ਸਿਸਟਮ ਨੂੰ। ਇਸ ਸਿਸਟਮ ਦੇ ਵਿੱਚ ਅਗਰ ਗੱਲ ਕਰ ਲਈ ਜਾਵੇ ਕਿ ਪਹਿਲੇ ਸਿਸਟਮਸ ਦੇ ਨਾਲੋਂ ਇਹ ਕਿਵੇਂ ਡਿਫਰੈਂਟ ਆ, ਸੋ ਇਸ ਸਿਸਟਮ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕੋਈ ਡਿਫਰੈਂਟ ਕੰਪੋਨੈਂਟ ਨਹੀਂ ਲੱਗਿਆ ਹੋਇਆ, ਸਿਰਫ ਇੱਕ ਚੀਜ਼ ਨੂੰ ਛੱਡ ਕੇ ਕਿ ਜੋ ਜਨਰੇਟਰ ਦੇ ਵਿੱਚ ਸਾਨੂੰ ਹੀਟ ਚਾਹੀਦੀ ਹੈ, ਇਸ ਜਗ੍ਹਾ ਤੇ ਰੈਫਰੀਜਰੈਂਟ ਨੂੰ ਅਲੱਗ ਕਰਨ ਦੇ ਲਈ ਜਾਂ ਹੀਟ ਅਪ ਕਰਨ ਦੇ ਲਈ ਉਹ ਅਸੀਂ ਹੀਟ ਸੋਲਰ ਪੈਨਲਸ ਦੀ ਹੈਲਪ ਤੋਂ ਲੈਣੀ ਹੈ। ਸੋ ਇਸ ਜਗ੍ਹਾ ਤੇ ਅਸੀਂ ਅਗਰ ਗੱਲ ਕਰ ਲਈਏ ਵੀ ਕਿਹੜੇ ਕਿਹੜੇ ਕੰਪੋਨੈਂਟ ਨੇ, ਐਜ਼ ਇਟ ਇਜ਼ ਸਾਡੇ ਕੋਲ ਅਬਜ਼ੌਰਬਰ ਹੈ, ਅਬਜ਼ੌਰਬਰ ਤੋਂ ਬਾਅਦ ਸਾਡੇ ਕੋਲ ਹੁੰਦਾ ਪੰਪ ਲੱਗਿਆ ਹੋਇਆ ਹੈ, ਉਸ ਤੋਂ ਬਾਅਦ ਜਨਰੇਟਰ, ਦੈਨ ਕੰਡੈਂਸਰ, ਐਕਸਪੈਂਸ਼ਨ ਵਾਲਵ ਐਂਡ ਇਵੈਪੋਰੇਟਰ ਤੋਂ ਬਾਅਦ ਸਰਕੂਲੇਸ਼ਨ ਦੁਬਾਰਾ ਫਿਰ ਸਾਡੀ ਅਬਜ਼ੌਰਬਰ ਦੇ ਉੱਤੇ। ਸੋ ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਪੂਰੇ ਸਿਸਟਮ ਦੇ ਵਿੱਚ ਕੋਈ ਵੀ ਡਿਫਰੈਂਟ ਕੰਪੋਨੈਂਟ ਨਹੀਂ ਹੈ, ਜੋ ਐਜ਼ ਇਟ ਇਜ਼ ਅਸੀਂ ਇੱਕ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ ਦੇ ਵਿੱਚ ਕੰਪੋਨੈਂਟ ਯੂਜ਼ ਕਰਦੇ ਹਾਂ, ਐਜ਼ ਇਟ ਇਜ਼ ਉਹੀ ਕੰਪੋਨੈਂਟ ਨੇ। ਇਟ ਮੀਨਸ ਕੋਈ ਵੀ ਸਾਡੇ ਕੋਲ ਸਿਸਟਮ ਹੋਵੇ, ਚਾਹੇ NH3 ਵੇਪਰ ਅਬਜ਼ੌਰਪਸ਼ਨ ਸਿਸਟਮ ਹੋਵੇ, ਚਾਹੇ ਸਾਡੇ ਕੋਲ ਲੀਥੀਅਮ ਬ੍ਰੋਮਾਈਡ ਸਿਸਟਮ ਹੋਵੇ ਜਾਂ ਇਲੈਕਟ੍ਰੋਲਾਈਟਸ ਸਿਸਟਮ ਹੋਵੇ, ਕਿਸੇ ਵੀ ਸਿਸਟਮ ਦੇ ਉੱਤੇ ਅਸੀਂ ਇਹ ਸੋਲਰ ਪਾਵਰ ਰੈਫਰੀਜਰੇਸ਼ਨ ਸਿਸਟਮ ਜੋ ਹੈ ਇਹ ਅਪਲਾਈ ਕਰ ਸਕਦੇ ਹਾਂ। ਜਸਟ ਕੀ ਫਰਕ ਹੈ, ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਜੋ ਜਨਰੇਟਰ ਦੇ ਵਿੱਚ ਸਾਨੂੰ ਹੀਟ ਰਿਕੁਆਇਰਡ ਆ, ਉਹ ਹੀਟ ਅਸੀਂ ਲੈਣੀ ਹੈ ਸੋਲਰ ਪੈਨਲਸ ਦੀ ਹੈਲਪ ਦੇ ਨਾਲ। ਸੋ ਸੋਲਰ ਪੈਨਲ ਕੀ ਕਰਨਗੇ, ਹੀਟ ਨੂੰ ਅਬਜ਼ੌਰਬ ਕਰਨਗੇ, ਉਸ ਦੀ ਹੈਲਪ ਦੇ ਨਾਲ ਕੁਝ ਕੰਟੇਨਰ ਦੇ ਵਿੱਚ ਸਾਡਾ ਜੋ ਹੈ ਵਾਟਰ ਹੀਟਰ ਹੈ ਜਿਸ ਨੂੰ ਅਸੀਂ ਕਿਹਾ, ਉਸ ਦੀ ਹੈਲਪ ਦੇ ਨਾਲ ਪਾਣੀ ਨੂੰ ਗਰਮ ਕੀਤਾ ਜਾਊਗਾ। ਉਹੀ ਗਰਮ ਕੀਤਾ ਹੋਇਆ ਪਾਣੀ ਅਸੀਂ ਸਰਕੂਲੇਟ ਕਰਾਂਗੇ ਇੱਕ ਪੰਪ ਦੀ ਹੈਲਪ ਦੇ ਨਾਲ ਜਨਰੇਟਰ ਦੇ ਵਿੱਚ, ਜੋ ਕੀ ਕਰੂਗਾ ਕਿ ਅਬਜ਼ੌਰਬਰ ਤੋਂ ਬਾਅਦ ਜੋ ਵੀ ਅਸੀਂ ਇਨਪੁਟ ਦੇਣੀ ਹੈ ਜਨਰੇਟਰ ਨੂੰ, ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਪੰਪ ਦੀ ਹੈਲਪ ਦੇ ਨਾਲ ਅਸੀਂ ਇਨਪੁਟ ਦਿੱਤਾ ਜਨਰੇਟਰ ਨੂੰ, ਅਬਜ਼ੌਰਬਰ ਦੇ ਉੱਤੇ ਸਾਡੇ ਕੋਲ ਇੱਕ ਸੋਲਿਊਸ਼ਨ ਬਣਿਆ, ਉਹ ਸਟਰੋਂਗ ਸੋਲਿਊਸ਼ਨ ਹੋਊਗਾ। ਸਟਰੋਂਗ ਸੋਲਿਊਸ਼ਨ ਨੂੰ ਭੇਜਿਆ ਅਸੀਂ ਪੰਪ ਦੀ ਹੈਲਪ ਦੇ ਨਾਲ ਜਨਰੇਟਰ ਤੇ, ਜਨਰੇਟਰ ਤੋਂ ਸਾਡੇ ਕੋਲ ਜਿਵੇਂ ਅਗਰ ਗੱਲ ਕਰ ਲਈ ਜਾਵੇ ਅਮੋਨੀਆ ਸਿਸਟਮ ਦੀ, ਸੋ ਅਮੋਨੀਆ ਜੋ ਹੈ ਉਸ ਨੂੰ ਅਸੀਂ ਸੈਪਰੇਟ ਕਰਵਾ ਲਿਆ, ਔਰ ਪਿਓਰ ਫਾਰਮ ਦਾ ਜੋ ਅਮੋਨੀਆ ਸੀ ਵੇਪਰਸ ਫਾਰਮ ਦੇ ਵਿੱਚ, ਉਸ ਨੂੰ ਅਸੀਂ ਫਰਦਰ ਅੱਗੇ ਕੰਡੈਂਸਰ ਦੇ ਉੱਤੇ ਭੇਜ ਦਿੱਤਾ। ਜੋ ਵੀਕ ਸੋਲਿਊਸ਼ਨ ਸੀ ਉਸ ਨੂੰ ਅਸੀਂ ਪ੍ਰੈਸ਼ਰ ਰਿਡਿਊਸਿੰਗ ਵਾਲਵ ਦੇ ਥਰੂ ਦੁਬਾਰਾ ਵਾਪਸ ਫਿਰ ਅਬਜ਼ੌਰਬਰ ਦੇ ਉੱਤੇ ਭੇਜ ਦਿੱਤਾ। ਸੋ ਇਸ ਜਗ੍ਹਾ ਤੋਂ ਜੋ ਅਮੋਨੀਆ ਸੀ ਉਸ ਨੂੰ ਫਰਦਰ ਅਸੀਂ ਕੰਡੈਂਸੇਟ ਕੀਤਾ, ਕੰਡੈਂਸੇਟ ਕਰਵਾਉਣ ਤੋਂ ਬਾਅਦ ਐਕਸਪੈਂਸ਼ਨ ਵਾਲਵ ਦੇ ਥਰੂ ਅਸੀਂ ਉਸ ਨੂੰ ਇਵੈਪੋਰੇਟਰ ਦੇ ਭੇਜ ਦਿੱਤਾ। ਇਵੈਪੋਰੇਟਰ ਦੇ ਵਿੱਚ ਹੁਣ ਕੀ ਹੋਏਗਾ ਕਿ ਇਸ ਪਰਟੀਕੂਲਰ ਸਪੇਸ ਦੀ ਹੀਟ ਨੂੰ ਅਬਜ਼ੌਰਬ ਕਰਨ ਤੋਂ ਬਾਅਦ ਇਹ ਹੁਣ ਵੇਪਰਸ ਫਾਰਮ ਤੋਂ ਲਿਕੁਇਡ ਫਾਰਮ ਤੋਂ ਵੇਪਰਸ ਫਾਰਮ ਦੇ ਵਿੱਚ ਕਨਵਰਟ ਹੋ ਕੇ ਦੁਬਾਰਾ ਵਾਪਸ ਫਿਰ ਆ ਜਾਏਗਾ ਅਬਜ਼ੌਰਬਰ ਦੇ ਉੱਤੇ, ਔਰ ਇਸ ਜਗ੍ਹਾ ਤੇ ਫਿਰ ਤੋਂ ਮਿਲ ਕੇ ਇੱਕ ਬਣਾਏਗਾ ਸਟਰੋਂਗ ਸੋਲਿਊਸ਼ਨ, ਔਰ ਇਸੇ ਤਰੀਕੇ ਦੇ ਨਾਲ ਹੀ ਸਾਡੀ ਜੋ ਵਰਕਿੰਗ ਹੈ ਸਾਈਕਲ ਬਾਈ ਸਾਈਕਲ ਐਜ਼ ਇਟ ਇਜ਼ ਚੱਲਦੀ ਰਹੇਗੀ। ਸੋ ਆਓ ਨੈਕਸਟ ਅਸੀਂ ਗੱਲ ਕਰਦੇ ਹਾਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਇਸ ਦੀ ਜੋ ਵਰਕਿੰਗ ਹੈ ਉਸ ਨੂੰ ਪੁਆਇੰਟਸ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਡਿਨੋਟ ਕਰ ਸਕਦੇ ਹਾਂ। ਕਹਿੰਦਾ ਜੀ ਸੋਲਰ ਸਿਸਟਮ ਇਜ਼ ਯੂਜ਼ਡ ਟੂ ਹੀਟ ਵਾਟਰ ਵਿਚ ਇਜ਼ ਫਰਦਰ ਪਾਸਡ ਟੂ ਦਾ ਜਨਰੇਟਰ। ਜਿਵੇਂ ਕਿ ਅਸੀਂ ਡਿਸਕਸ ਕਰ ਚੁੱਕੇ ਹਾਂ ਕਿ ਜੋ ਇਸ ਸਿਸਟਮ ਦੇ ਵਿੱਚ ਜੋ ਸੋਲਰ ਸਿਸਟਮ ਅਸੀਂ ਇਸਤੇਮਾਲ ਕਰ ਰਹੇ ਹਾਂ ਉਹ ਬੇਸਿਕਲੀ
ਵਾਟਰ ਨੂੰ ਹੀਟ ਅਪ ਕਰਨ ਦੇ ਲਈ ਅਸੀਂ ਯੂਜ਼ ਕਰਦੇ ਹਾਂ ਕਿ ਜੋ ਫਰਦਰ ਅੱਗੇ ਜਨਰੇਟਰ ਤੇ ਜਾ ਕੇ ਹੀਟ ਪ੍ਰੋਡਿਊਸ ਕਰੂਗਾ। In generator, the heat is transferred to a solution having absorbent and a refrigerant. ਸੋ ਇਸ ਜਗ੍ਹਾ ਤੇ ਕੀ ਹੈ ਉਹ ਗੱਲ ਕਰ ਰਿਹਾ ਜਨਰੇਟਰ ਦੇ ਵਿੱਚ ਸਾਡੇ ਕੋਲ ਸੋਲਿਊਸ਼ਨ ਦੇ ਵਿੱਚ ਇੱਕ ਅਬਜ਼ੋਰਬੈਂਟ ਹੋਏਗਾ, ਇੱਕ ਰੈਫਰੀਜਰੈਂਟ ਹੋਏਗਾ, ਜਿਵੇਂ ਕਿ ਅਸੀਂ ਡਿਸਕਸ ਕੀਤਾ ਕਿ ਇੱਕ ਅਮੋਨੀਆ ਹੈ, ਇੱਕ ਵਾਟਰ ਹੈ, ਦੋਨਾਂ ਨੂੰ ਹੀਟ ਅਪ ਕਰੇਗਾ। ਰੈਫਰੀਜਰੈਂਟ ਵੇਪਰਸ ਗੈਟ ਸੁਪਰ ਹੀਟਿਡ ਐਟ ਹਾਈ ਪ੍ਰੈਸ਼ਰ ਐਂਡ ਫਲੋਜ਼ ਟੂ ਦਾ ਕੰਡੈਂਸਰ, ਕਿ ਜੋ ਰੈਫਰੀਜਰੈਂਟ ਹੈ ਉਸ ਨੂੰ ਅਸੀਂ ਸੁਪਰ ਹੀਟਿਡ ਫਾਰਮ ਦੇ ਵਿੱਚ ਹੀਟ ਅਪ ਕਰ ਦਾਂਗੇ ਹਾਈ ਪ੍ਰੈਸ਼ਰ ਦੇ ਉੱਤੇ, ਜੋ ਕਿ ਕੰਡੈਂਸਰ ਤੇ ਮੂਵ ਕਰ ਜਾਏਗਾ। ਇਨ ਕੰਡੈਂਸਰ ਦਾ ਸੁਪਰ ਹੀਟਿਡ वेपर्स आर कन्वर्टिड टू हाई प्रैशर लिक्विड, कि कंडेंसर के उत्ते जो सुपर हीटिड वेपर्स ने वो कन्वर्ट कर जाएंगे हाई प्रैशर लिक्विड दे विच, मतलब कि वेपर्स तो लिक्विड दे विच कन्वर्ट करके प्रैशर हाई दे उत्ते। इसी तरह ही साडा जो साइकिल है वो चलता रहेगा। दिस हाई प्रैशर लिक्विड इज थ्रॉटल्ड टू अ लो प्रैशर एंड टेम्परेचर इन एन एक्सपेंशन वाल्व एंड देन इट पासिस टू द इवैपोरेटर। और इस तरीके दे नाल ही इसनों थ्रॉटल करवा के हाई प्रैशर तो लो प्रैशर दे विच कन्वर्ट करवा के लो टैंपरेचर दे विच कन्वर्ट करके एक्सपेंशन वाल्व दी थ्रू इसनों असी इवैपोरेटर ते भेजते हैं। इन इवैपोरेटर द रेफ्रिजरेंट वेपर अब्जॉर्ब लेटेंट हीट ऑफ द सराउंडिंग एंड प्रोड्यूसिंग द कूलिंग इफेक्ट, कि इवैपोरेटर दे विच जो रेफ्रिजरेंट होएगा वो रेफ्रिजरेंट वेपर जो होणगे ਉਹ ਅਬਜ਼ੌਰਬ ਕਰਨਗੇ ਉਸ ਪਰਟੀਕੂਲਰ ਸਪੇਸ ਦੀ ਲੇਟੈਂਟ ਹੀਟ ਨੂੰ ਔਰ ਉਸ ਜਗ੍ਹਾ ਤੇ ਕੂਲਿੰਗ ਇਫੈਕਟ ਨੂੰ ਪ੍ਰੋਡਿਊਸ ਕਰਨਗੇ। ਦ ਵੇਪਰਸ ਦਸ ਫਾਰਮਡ ਆਰ ਅਬਜ਼ੌਰਬਡ ਬੈਕ ਇਨਟੂ ਦ ਅਬਜ਼ੌਰਬਰ ਐਟ ਲੋ ਟੈਂਪਰੇਚਰ ਐਂਡ ਪ੍ਰੈਸ਼ਰ। ਔਰ ਇਸੇ ਤਰ੍ਹਾਂ ਹੀ ਜੋ ਵੇਪਰਸ ਉਸ ਜਗ੍ਹਾ ਤੇ ਫਾਰਮ ਹੋਏ ਹੀਟ ਨੂੰ ਅਬਜ਼ੌਰਬ ਕਰਨ ਤੋਂ ਬਾਅਦ ਉਹਨਾਂ ਨੂੰ ਲੋ ਟੈਂਪਰੇਚਰ ਲੋ ਪ੍ਰੈਸ਼ਰ ਤੇ ਅਸੀਂ ਅਬਜ਼ੌਰਬਰ ਤੇ ਵਾਪਸ ਭੇਜ ਦਿੰਦੇ ਹਾਂ। This solution is again pumped back to the generator, thus completing the cycle of the refrigeration। और इसे तरीके दे नाल ही साडा एक complete cycle हो जाता जदों साडा absorber तो generator ते refrigerant दोबारा पहुँचता strong solution दी form दे विच। नैक्सट पॉइंट दे विच डिस्कस कर रहे हैं द कॉमन अबजॉर्बेंट रैफ्रिजरेंट कंबीनेशन यूज्ड आर, कि जो कॉमनली असी कंबीनेशन यूज़ करते हैं अबजॉर्बेंट ते रैफ्रिजरेंट का वो कुछ इस तरीके दे नाल है। वाटर ते अमोनीया का असी इस्तेमाल करते हैं, इन्हां दोनों का सोल्यूशन असी यूज़ करते हैं जो कि डोमैसटिक रैफ्रिजरेटर वास्ते यूज़ होंदा, जिस दे विच अमोनीया एक्ट करता एज अ रैफ्रिजरेंट ते वाटर एक्ट करता एज अ अबजॉर्बेंट। दूसरे सिस्टम के विच जो कि असी एयर कंडीशनिंग परपसिस वास्ते ज़्यादातर यूज़ करते हैं, उहदे च असी यूज़ करते हैं लीथियम ब्रोमाइड एंड वाटर, जिथे लीथियम ब्रोमाइड एक्ट कर रहा है एज अ अबजॉर्बेंट ते वाटर एक्ट करूगा एज अ रैफ्रिजरेंट। अगले पॉइंट दस रहा है द COP ऑफ दिस सिस्टम लाइज इन द रेंज ऑफ 0.5 to 0.8, सो इट इज़ रेयरली यूज्ड, कि इस पॉइंट तो सानू खास तौर पर समझ जाना चाहिए कि इसकी जो COP है वो 0.5 तो लेके 0.8 के इन बिटवीन लाई करती है, जो कि बहुत ज़्यादा घट है, जिस दे करके इस सिस्टम का इस्तेमाल बहुत रेयरली किया जाता है। सो ये नाल ही मेरा ये वीडियो जो कि सोलर पावर रैफ्रिजरेशन सिस्टम ते सी वो कंप्लीट हो चुकी है। होपफुली तुहानू ये टॉपिक चंगी तरह समझ लग्या होएगा। किसी तरह की कोई क्वेरी हुई तो मैनू मैसेज कमेंट करके जरूर दस्सिओ। थैंक यू वेरी मच। सत श्री अकाल।